ਬਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀ, ਇਹਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰ ਲੈਣ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਵਧਦੇ ਹਾਂ, ਪਰ ਰੁਖ ਕਰਦੇ ਹਾਂ, ਪਹਿਲਾਂ ਸ਼ੁਰੂਆਤ ਕਰਦੇ ਹਾਂ ਕੌਮਾਂਤਰੀ ਖਬਰ ਤੋਂ। ਇਸ ਵੇਲੇ ਵੱਡੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਆਤਮਘਾਤੀ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ ਚੀਨ ਦੇ 6 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਆਤਮਘਾਤੀ ਹਮਲਾਵਰ ਨੇ ਚੀਨੀ ਇੰਜੀਨੀਅਰਾਂ ਦੇ ਕਾਫਲੇ ਦੇ ਵਿੱਚ ਵਿਸਫੋਟਕ ਦੇ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਧਮਾਕਾ ਹੋਇਆ ਤੇ 6 ਨਾਗਰਿਕ ਜਿਹੜੇ ਚੀਨ ਦੇ ਸਨ ਉਹਨਾਂ ਦੀ ਮੌਤ ਹੋ ਗਈ ਹੈ। ਗੱਲ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਬਾਰੇ। ਜਿਵੇਂ ਆਪਾਂ ਤੁਸੀਂ ਸੋਸ਼ਲ ਮੀਡੀਆ ਉੱਤੇ ਸੁਣ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਭਾਜਪਾ ਨੂੰ ਜੁਆਇਨ ਕਰ ਗਏ ਨੇ ਤੇ ਅਕਾਲੀ ਤੇ ਭਾਜਪਾ ਹੁਣ ਵੱਖੋ ਵੱਖਰੇ ਤੌਰ ਤੇ ਚੋਣ ਲੜਨਗੇ। ਹੁਣ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਇਕੱਲੇ ਲੜਨ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੇ ਲਈ ਸੱਤਾ ਨਾਲੋਂ ਸਿਧਾਂਤ ਜ਼ਿਆਦਾ ਅਹਿਮ ਨੇ। ਭਾਜਪਾ ਦੇ ਬਿਆਨ ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ, ਇਹ ਸਿਧਾਂਤਾਂ ਦੀ ਪਾਰਟੀ ਹੈ। ਸਾਡੇ ਲਈ ਨੰਬਰ ਦੀ ਖੇਡ ਨਾਲੋਂ ਸਿਧਾਂਤ ਜ਼ਿਆਦਾ ਮਹੱਤਵਪੂਰਨ ਨੇ। 103 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਕੌਮ, ਪੰਜਾਬ ਦੇ ਹਿੱਤਾਂ ਤੇ ਸੂਬੇ ਦੇ ਵਿੱਚ ਭਾਈਚਾਰਕ ਸਾਂਝ ਤੇ ਸ਼ਾਂਤੀ ਬਣਾਏ ਰੱਖਣ ਦੀ ਹੈ। ਸੋ ਇੱਥੋਂ ਹੁਣ ਸਪਸ਼ਟ ਹੋ ਗਿਆ ਕਿ ਦੋਨੇ ਧਿਰਾਂ ਅੱਡੋ ਅੱਡ ਚੱਲਣਗੀਆਂ। ਪਰ ਤੁਸੀਂ ਦੇਖੋ ਕਿ ਭਾਜਪਾ ਦਾ ਜ਼ੋਰ ਲੱਗਿਆ ਪਿਆ ਕਿ ਉਹਨਾਂ ਨੇ ਕਾਂਗਰਸੀ ਇੰਪੋਰਟ ਕਰਨੇ ਆ, ਚਾਹੇ ਉਹ ਸੁਨੀਲ ਜਾਖੜ ਹੋਵੇ, ਚਾਹੇ ਉਹ ਰਾਜਕੁਮਾਰ ਵੇਰਕਾ ਜਿਹੜੇ ਚਲੇ ਗਏ ਨੇ, ਗੁਰਪ੍ਰੀਤ ਕਾਂਗੜ ਵਾਪਸ ਚਲੇ ਗਏ ਨੇ, ਬਲਬੀਰ ਸਿੱਧੂ ਵਾਪਸ ਚਲੇ ਗਏ ਨੇ। ਪਰ ਹਲੇ ਕਾਂਗਰਸੀਆਂ ਦੀ ਕਿਹੜਾ ਉਹਨਾਂ ਕੋਲੇ ਘਾਟ ਹੈ। ਰਾਣਾ ਗੁਰਮੀਤ ਸਿੰਘ ਸੋਢੀ, ਇਸ ਤੋਂ ਇਲਾਵਾ ਫਤਿਹ ਜੰਗ ਬਾਜਵਾ ਤੇ ਰਵਨੀਤ ਬਿੱਟੂ, ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ, ਇਹ ਸਾਰੇ ਕਾਂਗਰਸੀ ਲੀਡਰ ਆ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਤੇ ਅੱਜ ਕੱਲ ਇਹ ਭਾਜਪਾ ਦੇ ਵਿੱਚ ਨੇ। ਤੇ ਤੁਸੀਂ ਦੇਖੋ ਕਿ ਜੇਕਰ ਫਿਰੋਜ਼ਪੁਰ ਤੋਂ ਗੁਰਮੀਤ ਸੋਢੀ ਨੂੰ ਟਿਕਟ ਮਿਲਦੀ ਹੈ, ਰਾਣਾ ਗੁਰਮੀਤ ਸੋਢੀ ਨੂੰ, ਉਹ ਕੌਣ ਨੇ? ਉਹ ਪੁਰਾਣੇ ਕਾਂਗਰਸੀ ਨੇ, ਨਵੇਂ ਭਾਜਪਾਈ ਹੋਏ ਨੇ। ਜੇਕਰ ਸੁਨੀਲ ਜਾਖੜ ਨੂੰ ਟਿਕਟ ਮਿਲਦੀ ਹੈ ਐਮਪੀ ਦੀ, ਉਹ ਕੌਣ ਨੇ? ਉਹ ਕਾਂਗਰਸ ਦੇ ਵਿੱਚ ਨੇ, ਕਾਂਗਰਸ ਦੇ ਵਿੱਚ ਸੀਗੇ। ਜੇਕਰ ਰਵਨੀਤ ਬਿੱਟੂ ਨੂੰ ਲੁਧਿਆਣੇ ਤੋਂ ਭਾਜਪਾ ਟਿਕਟ ਦਿੰਦੀ ਹੈ ਤੇ ਉਹ ਕੌਣ ਹੈ? ਰਵਨੀਤ ਬਿੱਟੂ ਕਾਂਗਰਸੀ ਹੈ, ਲੀਡਰ। ਅੱਜ ਹੀ ਹੁਣੇ ਥੋੜੇ ਸਮਾਂ ਪਹਿਲਾਂ ਜਦੋਂ ਆਪਣੇ ਇੱਥੇ ਰਾਤ ਸੀ ਉਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਇਆ। ਜੇਕਰ ਬਰਨਾਲਿਓ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਮਿਲਦੀ ਹੈ ਤੇ ਉਹ ਕੌਣ ਹੈ? ਉਹ ਪੁਰਾਣਾ ਕਾਂਗਰਸੀ ਆ, ਨਵਾਂ ਭਾਜਪਾ ਹੀ ਹੈ। ਸੋ ਇਸ ਤਰ੍ਹਾਂ ਜੇਕਰ ਅੱਧੀਆਂ ਟਿਕਟਾਂ ਪੁਰਾਣੇ ਕਾਂਗਰਸੀਆਂ ਨੂੰ ਮਿਲਣਗੀਆਂ, ਤੁਸੀਂ ਦੇਖੋ ਕਿ ਦੋਨੇ ਪਾਰਟੀਆਂ ਕਾਂਗਰਸ ਤੇ ਕਿਵੇਂ ਡਿਪੈਂਡੈਂਟ ਹੈ। ਜਿਹੜਾ ਸੁਸ਼ੀਲ ਰਿੰਕੂ ਹੈ, ਜਿਹਨੂੰ ਜਲੰਧਰ ਤੋਂ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ, ਉਹ ਕਿੱਥੋਂ ਲਿਆਂਦਾ ਸੀ? ਕਾਂਗਰਸ ਦੇ ਵਿੱਚੋਂ। ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਜਿਹੜਾ ਉਹ ਐਮਐਲਏ ਹੈ, ਪਰ ਹੁਸ਼ਿਆਰਪੁਰ ਦੀ ਐਮਪੀ ਦੀ ਟਿਕਟ ਵਾਸਤੇ ਉਹਨੂੰ ਇੰਪੋਰਟ ਕੀਤਾ ਗਿਆ। ਉਹਨੂੰ ਕਿੱਥੋਂ ਲਿਆਂਦਾ? ਉਹਨੂੰ ਕਾਂਗਰਸ ਦੇ ਵਿੱਚੋਂ। ਸੋ ਕੀ ਕਾਂਗਰਸ ਕੋਲੇ ਲੀਡਰਾਂ ਦੀ ਇੰਨੀ ਬਹੁਤਾਤ ਹੈ ਕਿ ਦੂਜੀਆਂ ਦੋਨੇ ਪਾਰਟੀਆਂ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਡਿਪੈਂਡੈਂਟ ਨੇ, ਇਹਨਾਂ ਦੀ ਲੀਡਰਸ਼ਿਪ ਉੱਤੇ ਨਿਰਭਰਤ ਹੈ। ਪਰ ਅਸਲ ਦੇ ਵਿੱਚ ਕੋਈ ਸਿਧਾਂਤ, ਕੋਈ ਐਥਿਕਸ, ਕੋਈ ਅਸੂਲ, ਕੋਈ ਨੈਤਿਕਤਾ, ਕੋਈ ਇਹ ਸਾਰੀਆਂ ਚੀਜ਼ਾਂ ਮਨਫੀ ਨੇ ਸਾਡੀ ਰਾਜਨੀਤੀ ਦੇ ਵਿੱਚੋਂ। ਔਰ ਕੱਲੀ ਸਾਡੀ ਪੰਜਾਬ ਦੀ ਨਹੀਂ, ਰਾਜਨੀਤੀ ਭਾਰਤ ਦੇ ਵਿੱਚ ਹੀ ਮਨਫੀ ਨੇ। ਅੱਜ ਮੌਕਾ ਪ੍ਰਸਤ ਲੋਕ, ਅੱਜ ਜਿਹੜੇ ਉਹ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਹੁਣ ਆਉਣ ਵਾਲੀ ਸੱਤਾ ਫਲਾਂ ਪਾਰਟੀ ਦੀ ਹੈ ਜਾਂ ਪਾਵਰ ਕਿਹਦੇ ਹੱਥ ਦੇ ਵਿੱਚ ਹੈ, ਪਾਵਰ ਦੇ ਭੁੱਖੇ ਲੋਕ, ਪਾਵਰ ਦੇ ਤਿਹਾਏ ਲੋਕ ਕੋਈ ਅਸੂਲ ਨਹੀਂ ਛੱਡਦੇ, ਕੋਈ ਸਿਧਾਂਤ ਨਹੀਂ ਰੱਖਦੇ ਤੇ ਉਹ ਆਪਦਾ ਮੌਕਾ ਵੇਖ ਕੇ ਉਸ ਤਰੀਕੇ ਦੇ ਨਾਲ ਪਾਲਾ ਬਦਲ ਜਾਂਦੇ ਆ ਜਿਸ ਤਰੀਕੇ ਦੀ ਸੱਤਾ ਦੇ ਵਿੱਚ ਉਹਨਾਂ ਦੀ ਝਾਕ ਹੁੰਦੀ ਹੈ। ਸੋ ਇਹ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਸਾਡੀ ਤਰਾਸਦੀ ਹੈ ਕਿ ਅਸੀਂ ਇਸ ਨਿਜ਼ਾਮ ਦੇ ਵਿੱਚ ਵਿਚਰਨ ਵਾਲੇ ਅਨਐਥੀਕਲ ਲੋਕ, ਜਿਨ੍ਹਾਂ ਦੀਆਂ ਪ੍ਰੈਕਟਿਸਿਸ ਵੀ ਅਨਐਥੀਕਲ ਨੇ, ਗੈਰ ਸਿਧਾਂਤਕ ਨੇ, ਤੇ ਇਹ
ਕਿਵੇਂ ਲੋਕ ਜਮਹੂਰੀਅਤ ਨੂੰ ਪਸੰਦ ਕਰਨਗੇ? ਜਿਹੜੇ ਗੈਰ ਸਿਧਾਂਤਕ ਨੇ, ਗੈਰ ਅਖਲਾਕੀ ਕੰਮ ਕਰਦੇ ਨੇ, ਗੈਰ ਨੈਤਿਕ ਕੰਮ ਕਰਦੇ ਨੇ, ਉਹਨਾਂ ਤੋਂ ਤੁਸੀਂ ਕੀ ਤਵੱਕੋ ਰੱਖਦੇ ਆ ਕਿ ਉਹ ਤੁਹਾਡੇ ਲਈ ਕੋਈ ਸੰਵਿਧਾਨਕ ਕੰਮ ਕਰਨਗੇ? ਨਹੀਂ, ਉਹਨਾਂ ਨੇ ਕੁਰਸੀਆਂ ਤੇ ਬਹਿ ਕੇ ਕੰਮ ਵੀ ਸੰਵਿਧਾਨਕ ਕਰਨੇ ਨੇ, ਉਹ ਗੈਰ ਸੰਵਿਧਾਨਕ ਕਰਨੇ ਨੇ। ਉਹਨਾਂ ਨੇ ਕੁਰਸੀਆਂ ਤੇ ਬਹਿ ਕੇ ਵੀ ਉਹੀ ਮੌਕਾਪ੍ਰਸਤੀ ਜਾਰੀ ਰੱਖਣੀ ਹੈ। ਉਹਨਾਂ ਨੇ ਕੁਰਸੀਆਂ ਤੇ ਬਹਿ ਕੇ ਵੀ ਤੁਹਾਡੇ ਹਿੱਤਾਂ ਦੇ ਨਾਲ ਸਮਝੌਤੇ ਕਰਨੇ ਆ। ਉਹਨਾਂ ਨੇ ਕੁਰਸੀਆਂ ਤੇ ਬਹਿ ਕੇ ਵੀ ਤੁਹਾਨੂੰ ਤਵੱਜੋ ਨਹੀਂ ਦੇਣੀ। ਉਹਨਾਂ ਨੇ ਆਪਣੇ ਕਾਰੋਬਾਰ, ਆਪਣੇ ਜਿਹੜੇ ਜਿੱਥੇ ਜਿਸ ਤਰੀਕੇ ਦੀ ਉਹਨਾਂ ਦੀ ਪੋਲਿਟਿਕਸ ਹੈ, ਤੁਸੀਂ ਬੇਸ਼ੱਕ ਲੱਖ ਤੁਸੀਂ ਉਹਨਾਂ ਦੇ ਚੰਗੇ ਵਰਕਰ ਹੋਵੋਗੇ, ਪਰ ਜੇਕਰ ਤੁਸੀਂ ਮਾਈਨੋਰਿਟੀ ਦੇ ਵਿੱਚ ਆ, ਜੇਕਰ ਤੁਸੀਂ ਘੱਟ ਗਿਣਤੀਆਂ ਦੇ ਵਿੱਚੋਂ ਆ, ਤੇ ਜੇ ਉਹਨਾਂ ਦੀ ਪੋਲਿਟਿਕਸ ਨੂੰ ਬਹੁ ਗਿਣਤੀ ਦੀ ਖੁਸ਼ਾਮਦ ਸੂਟ ਕਰਦੀ ਹੋਈ ਨਾ, ਉਹਨਾਂ ਨੇ ਤੁਹਾਡੀ ਰੱਤੀ ਭਰ ਪਰਵਾਹ ਨਹੀਂ ਕਰਨੀ, ਰੱਤੀ ਭਰ ਵੀ। 1 ਮਿੰਟ ਲਈ ਤੁਹਾਡੇ ਲਈ ਨਹੀਂ ਸੋਚਣਗੇ ਉਹ ਕਦੇ ਵੀ ਕਿ ਇਹ ਬੰਦਾ ਮੇਰਾ ਵਰਕਰ ਹੈ, ਇਹ ਬੰਦਾ ਇੰਨੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ, ਪਾਰਟੀ ਦੀ ਆਈਡੀਓਲੋਜੀ ਨੂੰ ਅਪਣਾਇਆ ਹੋਇਆ ਹੈ, ਪਾਰਟੀ ਦੇ ਲੀਡਰਾਂ ਲਈ ਇਕੱਠ ਕਰਦਾ ਰਿਹਾ, ਪਾਰਟੀ ਦੇ ਲੀਡਰਾਂ ਲਈ ਦਰੀਆਂ ਝਾੜਦਾ ਰਿਹਾ, ਤੱਪੜ ਵਿਛਾਉਂਦਾ ਰਿਹਾ, ਉਹਨਾਂ ਦੇ ਲਈ ਕੁਰਸੀਆਂ ਲਿਆਉਂਦਾ ਰਿਹਾ, ਮੇਜ਼ ਡਾਹੁੰਦਾ ਰਿਹਾ। ਨਹੀਂ, ਉਹਨਾਂ ਨੇ ਪਰਵਾਹ ਨਹੀਂ ਕਰਨੀ। ਜੇਕਰ ਉਹਨਾਂ ਨੂੰ ਸੂਟ ਕਰਦੀ ਹੋਈ ਕਿ ਅਸੀਂ ਬਹੁ ਗਿਣਤੀ ਦੀ ਖੁਸ਼ਾਮਦ ਕਰਨੀ ਹੈ, ਤੇ ਉਹਨਾਂ ਨੇ ਉਹੀ ਲਾਈਨ ਟੋ ਕਰਨੀ ਹੈ, ਉਹਨਾਂ ਨੇ ਉਹੀ ਗੱਲ ਬੋਲਣੀ ਹੈ। ਉਹ ਬੇਸ਼ੱਕ ਗੱਲ ਤੁਹਾਡਾ ਨੁਕਸਾਨ ਕਰਦੀ ਹੋਵੇ, ਬੇਸ਼ੱਕ ਗੱਲ ਤੁਹਾਡੇ ਉਲਟ ਜਾਂਦੀ ਹੋਵੇ, ਪਰ ਉਹ ਤੁਹਾਡੇ ਲਈ ਸਟੈਂਡ ਕਦੇ ਨਹੀਂ ਲੈਣਗੇ। ਅਗਲੀ ਖਬਰ ਦੇ ਵੱਲ ਵਧੀਏ ਆਪਾਂ, ਰੁਖ ਕਰੀਏ ਸ਼ੰਭੂ ਬਾਰਡਰ ਦਾ। ਸ਼ੰਭੂ ਬਾਰਡਰ ਤੇ ਪਟਿਆਲਾ ਦੇ ਵਿੱਚ ਕਿਸਾਨ ਅੰਦੋਲਨ 2 ਦੇ ਅਧੀਨ ਅੰਦੋਲਨਕਾਰੀ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਤੇ ਇਸੇ ਦੌਰਾਨ ਇੱਕ ਹੋਰ ਕਿਸਾਨ ਨੇ ਆਪਣੀ ਜਿੰਦ ਇਸ ਸੰਘਰਸ਼ ਦੇ ਲਈ ਖਿਲਾ ਦਿੱਤੀ ਹੈ। ਇਸ ਤਰ੍ਹਾਂ ਇਸ ਅੰਦੋਲਨ ਨੂੰ 1.5 ਮਹੀਨਾ ਪੂਰਾ ਹੋ ਗਿਆ ਹੈ, ਤੇ ਪਹਿਲਾਂ ਹੀ ਸ਼ੁਭਕਰਨ ਸਮੇਤ 12 ਕਿਸਾਨ ਮੌਤ ਦੇ ਮੂੰਹ ਜਾ ਪਏ ਨੇ। ਅੱਜ ਜਿਹੜੇ ਕਿਸਾਨ ਦੀ ਮੌਤ ਹੋਈ ਹੈ, ਇਹ ਕਿਸਾਨ ਸ਼ੇਰ ਸਿੰਘ, ਉਮਰ 70 ਸਾਲ, ਪੁੱਤਰ ਰੁਲਦਾ ਸਿੰਘ, ਪਟਿਆਲਾ ਦੇ ਨਾਲ ਲੱਗਦੇ ਥਾਣਾ ਬਖਸ਼ੀਵਾਲਾ ਦੇ ਪਿੰਡ ਸਿੱਧੂਵਾਲ ਦਾ ਵਸਨੀਕ ਦੱਸਿਆ ਗਿਆ। ਪਤਾ ਲੱਗਾ ਕਿ ਉਹ ਕਈ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਸਰਗਰਮ ਸੀ, ਪਰ 25 ਮਾਰਚ ਨੂੰ ਅਚਾਨਕ ਹੀ ਉਹਦਾ ਸ਼ੂਗਰ ਦਾ ਲੈਵਲ ਵਧਣ ਸਮੇਤ ਉਸ ਨੂੰ ਬੁਖਾਰ ਹੋ ਗਿਆ, ਜਿਸ ਕਰਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ। ਪਰ ਹਾਲਤ ਦੇ ਵਿੱਚ ਸੁਧਾਰ ਨਾ ਹੁੰਦਾ ਦੇਖ ਉੱਥੋਂ ਦੇ ਡਾਕਟਰਾਂ ਨੇ ਸ਼ੇਰ ਸਿੰਘ ਨੂੰ ਰੈਫਰ ਕਰਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ। ਡਾਕਟਰਾਂ ਨੇ ਕਈ ਘੰਟਿਆਂ ਤੱਕ ਉਸ ਦਾ ਇਲਾਜ ਕੀਤਾ, ਪਰ ਆਖਿਰ ਇਹ ਬਜ਼ੁਰਗ 26 ਮਾਰਚ ਨੂੰ ਇਲਾਜ ਦੇ ਦੌਰਾਨ ਦਮ ਤੋੜ ਗਿਆ। ਇਹ ਕਿਸਾਨ ਇਲਾਜ ਦੇ ਦੌਰਾਨ ਦਮ ਤੋੜ ਗਿਆ। ਸੋ 12 ਮੌਤਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਹੋਈਆਂ ਨੇ, ਪਰ ਸਾਡੇ ਜਿਹੜੀ ਪੰਜਾਬ ਦੀ ਸਰਕਾਰ ਹੈ, ਇਹਨਾਂ ਨੇ ਜੇਕਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਈਡੀ ਨੇ, ਉਹਨਾਂ ਲਈ ਤਾਂ ਰੋਸ ਮੁਜ਼ਾਹਰੇ ਕਰ ਰਹੇ ਆ, ਉਹਨਾਂ ਲਈ ਤਾਂ ਪ੍ਰੋਟੈਸਟ ਹੋ ਰਹੇ ਆ, ਪਰ ਜਿਹੜਾ ਕਿਸਾਨ ਜਿਹੜਾ ਖੁਦ ਪ੍ਰੋਟੈਸਟ ਕਰ ਰਿਹਾ, ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ। ਹੁਣ ਜਿਹੜੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰ ਰਹੇ ਨੇ, ਤੇ ਉੱਥੇ ਲੋਕ ਉਹਨਾਂ ਦੀਆਂ ਵੀਡੀਓ ਬਣਾ ਰਹੇ ਨੇ ਕਿ ਬਈ ਸਭ ਤੋਂ ਛੋਟਾ ਅੰਦੋਲਨ ਹਰਜੋਤ ਬੈਂਸ ਪ੍ਰੋਟੈਸਟ ਕਰਨ ਬਹਿੰਦੇ ਆ, ਹਾਲੇ ਉਹਨਾਂ ਨੇ ਚੌਂਕੜੀ ਵੀ ਚੰਗੀ ਤਰ੍ਹਾਂ ਨਹੀਂ ਮਾਰੀ ਸੀ ਕਿ ਪੁਲਿਸ ਚੱਕ ਲੈਂਦੀ ਹੈ। ਲੋਕ ਟਵੀਟ ਕਰ ਰਹੇ ਨੇ, ਲੋਕ ਫੇਸਬੁੱਕ ਤੇ ਪਾ ਰਹੇ ਨੇ, ਲੋਕ ਮੀਮ ਬਣਾ ਰਹੇ ਨੇ, ਹਾਸੋਹੀਣੇ ਬਿਆਨ ਇਹਦੇ ਉੱਤੇ ਬਿਆਨ ਦਿੱਤੇ ਜਾ ਰਹੇ ਨੇ ਕਿ ਦੁਨੀਆ ਦਾ ਸਭ ਤੋਂ ਛੋਟਾ ਅੰਦੋਲਨ ਕੁਛ ਮਿੰਟਾਂ ਦੇ ਵਿੱਚ ਹੀ ਸਮਾਪਤ, ਕੁਛ ਮਿੰਟਾਂ ਦੇ ਵਿੱਚ ਹੀ। ਅੱਜ ਜਿਹੜੇ ਲੋਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਏਜੰਸੀਆਂ ਦੀ ਕਾਰਕਰਦਗੀ ਦੇ ਉੱਤੇ, ਆਪਾਂ ਏਜੰਸੀਆਂ ਦੀਆਂ ਪਾਵਰਾਂ ਜਿਹੜੀਆਂ ਉਹਨਾਂ ਨੂੰ ਉਹਦੀ ਦੁਰਵਰਤੋਂ ਉੱਤੇ ਏਜੰਸੀਆਂ ਕਿਵੇਂ ਬਾਹਾਂ ਮਰੋੜਦੀਆਂ ਨੇ ਵਿਰੋਧੀ ਧਿਰਾਂ ਦੀਆਂ, ਇਹਦੇ ਉੱਤੇ ਰਿਪੋਰਟਾਂ ਕਰ ਚੁੱਕੇ ਆ। 95% ਵਿਰੋਧੀ ਧਿਰ ਦੇ ਲੀਡਰ ਨੇ, 95% ਜਿਨ੍ਹਾਂ ਉੱਤੇ ਛਾਪੇ ਮਾਰੇ ਜਾ ਰਹੇ ਨੇ ਜਾਂ ਜਿਨ੍ਹਾਂ ਉੱਤੇ ਪਰਚੇ ਨੇ, ਜਿਨ੍ਹਾਂ ਦੇ ਘਰਾਂ ਤੇ ਰੇਡਾਂ ਮਾਰੀਆਂ ਜਾ ਰਹੀਆਂ ਨੇ, 95% ਉਹਨਾਂ ਦੀ ਗਿਣਤੀ ਆ। ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਧੱਕਾ ਨਹੀਂ ਹੋਇਆ ਜਾਂ ਹੋਇਆ ਜਾਂ ਜੋ ਵੀ ਹੈ, ਪਰ ਜਦੋਂ ਤੁਸੀਂ ਲੋਕਾਂ ਦੀ ਗੱਲ ਹੀ ਨਹੀਂ ਕਰਨੀ, ਜਦੋਂ ਤੁਸੀਂ ਲੋਕਾਂ ਦੇ ਨਾਲ ਹੀ ਨਹੀਂ ਖੜਦੇ, ਜਦੋਂ ਇੱਥੇ ਕੋਈ ਪੰਜਾਬ ਦੇ ਵਿੱਚ ਨਸ਼ੇ ਛਡਾਉਣ ਆਉਂਦਾ, ਅੰਮ੍ਰਿਤਪਾਲ ਸਿੰਘ ਵਰਗਾ ਨੌਜਵਾਨ, ਚਾਹੇ ਉਹ ਸਿੱਖੀ ਦਾ ਪ੍ਰਚਾਰ ਕਰਦਾ, ਤੁਸੀਂ ਚੱਕ ਕੇ ਉਹਦੇ ਉੱਤੇ ਐਨਐਸਏ ਠੋਕ ਦਿੰਦੇ ਹੋ, ਔਰ ਉਹਦੇ ਨਾਲਦਿਆਂ ਤੇ ਠੋਕ ਦਿੰਦੇ ਹੋ, ਔਰ 1 ਸਾਲ ਲਈ ਹੋਰ ਵਧਾ ਦਿੰਦੇ ਹੋ। ਉਹਦੇ ਬਾਰੇ ਦੁਨੀਆ ਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਲੋਕਾਂ ਨੂੰ ਕੋਈ ਜਵਾਬ ਨਹੀਂਗਾ। ਤੁਸੀਂ ਇੱਥੇ ਹੋਰ ਜਿਹੜੇ ਲੋਕ ਮੋਹਾਲੀ ਦੇ ਵਿੱਚ ਮੋਰਚਾ ਲੱਗਿਆ ਸੀ, ਤੁਸੀਂ ਕੁੱਟ-ਕੁੱਟ ਕੇ ਲੋਕਾਂ ਦੇ ਮੌਰ ਸੇਕ-ਸੇਕ ਕੇ ਉਹ ਮੋਰਚਾ ਚੁਕਵਾਤਾ। ਤੁਸੀਂ ਸਾਹਿਤ ਰੱਖਣ ਵਾਲੇ ਲੋਕਾਂ ਦੇ ਉੱਤੇ ਪਰਚੇ ਜਿਹੜੇ ਪਏ ਸੀ, ਉਹਨਾਂ ਮਾਮਲਿਆਂ ਦੇ ਵਿੱਚ ਕੋਈ ਪੈਰਵਾਈ ਨਹੀਂ ਕੀਤੀ। ਤੁਸੀਂ ਬਾਈਬਲ ਕਲਾਂ ਬਰਗਾੜੀ ਗੋਲੀਕਾਂਡ ਮਾਮਲੇ ਦੇ ਵਿੱਚ ਕੋਈ ਤੁਹਾਡੀ ਕੀਤੀ ਪੈਰਵਾਈ ਦਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਤੁਸੀਂ ਜਿਹੜੇ ਡੇਰਾ ਸਿਰਸਾ ਦੇ ਮਾਮਲੇ ਦੇ ਵਿੱਚ ਜਿਹੜੇ ਗਵਾਹ ਸੀਗੇ, ਉਹਨਾਂ ਗਵਾਹਾਂ ਦੇ ਉੱਤੇ ਜਿਹੜੀ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਣੀ ਸੀ, ਜਿਹੜੇ ਉਹਦੇ ਵਿਰੁੱਧ ਗਵਾਹ ਸੀਗੇ, ਉਹ ਤੁਹਾਡੇ ਤੋਂ ਅੱਕ ਕੇ ਉਹ ਰਸਤਾ ਛੱਡ ਗਏ ਨੇ। ਉਸ ਮਾਮਲੇ ਦੇ ਵਿੱਚ ਕੋਈ ਜਵਾਬ ਨਹੀਂਗਾ ਲੋਕਾਂ ਮੂਹਰੇ। ਜਦੋਂ ਲੋਕਾਂ ਦੇ ਨਾਲ ਹੀ ਨਹੀਂ ਖੜਨਾ ਤੁਸੀਂ, ਜਦੋਂ ਆਮ ਬੰਦੇ ਦੀ ਗੱਲ ਹੀ ਨਹੀਂ ਕਰਨੀ, ਫਿਰ ਲੋਕ ਤੁਹਾਡੇ ਨਾਲ ਕਿਵੇਂ ਖੜਨਗੇ? ਲੋਕ ਇਹ ਥੋੜ੍ਹਾ ਕਿ ਤੁਸੀਂ ਆਏ ਹੋ, ਤੁਹਾਨੂੰ ਲੋਕ ਸਲੂਟ ਥੋੜ੍ਹਾ ਮਾਰਦੇ ਰਹਿਣਗੇ।
ਤੁਹਾਨੂੰ ਲੋਕ ਸਲਾਮ ਥੋੜ੍ਹਾ ਕਰਦੇ ਰਹਿਣਗੇ ਜੇਕਰ ਤੁਸੀਂ ਕੁਰਸੀ ਤੇ ਬੈਠੇ ਹੋ। ਤੁਸੀਂ ਲੋਕਾਂ ਦੇ ਹੱਕ ਦੇ ਵਿੱਚ, ਲੋਕਾਂ ਦੇ ਪੱਖ ਦੇ ਵਿੱਚ ਕਿਹੋ ਜਿਹੇ ਫੈਸਲੇ ਕਰ ਰਹੇ ਹੋ, ਉਹਨਾਂ ਦੇ ਹੱਕ ਦੇ ਲਈ ਨਿੱਤਰ ਰਹੇ ਹੋ। ਜਿਹੜੀਆਂ ਕੁੜੀਆਂ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਵਾਟਰ ਵਰਕਸ ਦੀਆਂ ਟੈਂਕੀਆਂ ਤੋਂ ਲਾਹ ਕੇ ਇਹ ਕਹਿੰਦੇ ਹੁੰਦੇ ਸੀ ਕਿ ਤੁਹਾਡਾ ਭਰਾ ਆਇਆ, ਉਹਨੂੰ ਤੁਸੀਂ ਗਲ ਨਾਲ ਲਾਉਂਦੇ ਸੀਗੇ ਉਹਨਾਂ ਕੁੜੀਆਂ ਨੂੰ। ਉਹ ਕੁੜੀ ਸ਼ਰਮਾ ਪਰਿਵਾਰ ਦੀ ਹੈ, ਮਾਨਸਾ ਤੋਂ। ਸ਼ੰਮੀ ਸ਼ਰਮਾ ਸ਼ਾਇਦ ਉਹਦਾ ਨਾਮ ਹੈ, ਸ਼ਾਇਦ ਕੁੜੀ ਦਾ। ਉਹ ਜਦੋਂ ਤੁਸੀਂ ਭਾਵੇਂ ਉਹ ਬੱਸ ਅੱਡੇ ਦਾ ਉਦਘਾਟਨ ਕਰਨਾ ਹੋਵੇ, ਚਾਹੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨਾ ਹੋਵੇ, ਚਾਹੇ ਤੁਸੀਂ ਪੰਜਾਬ ਦੇ ਵਿੱਚ ਕੋਈ ਹੋਰ ਸਕੀਮ ਲਾਂਚ ਕਰਨੀ ਹੋਵੇ, ਤੜਕੇ ਜਾ ਕੇ ਪਹਿਲਾਂ ਪੁਲਿਸ ਉਹਨਾਂ ਘਰਾਂ ਦੇ ਵਿੱਚੋਂ ਸੰਘਰਸ਼ੀਲ ਜਵਾਕਾਂ ਨੂੰ ਚੱਕਦੀ ਹੈ। ਤੇ ਫਿਰ ਇਹਦੇ 'ਚ ਫਰਕ ਕੀ ਹੋਇਆ? ਜਦੋਂ ਬਾਦਲਾਂ ਦੀ ਸਰਕਾਰ ਸੀ, ਉਦੋਂ ਇਸੇ ਤਰ੍ਹਾਂ ਕਿਸਾਨ ਆਗੂਆਂ ਦੇ ਘਰੇ, ਮਜ਼ਦੂਰ ਆਗੂਆਂ ਦੇ ਘਰੇ ਛਾਪੇਮਾਰੀ ਹੁੰਦੀ ਸੀ ਤੇ ਉਹਨਾਂ ਨੇ ਜੇ ਪ੍ਰੋਟੈਸਟ ਕਰਨਾ ਹੁੰਦਾ ਸੀ ਤੇ ਉਹ ਆਪਦੀਆਂ ਰਿਸ਼ਤੇਦਾਰੀਆਂ 'ਚ ਜਾ ਕੇ 2-2 3-3 ਦਿਨ ਪਹਿਲਾਂ ਬਹਿ ਜਾਂਦੇ ਸੀਗੇ ਕਿ ਜੇਕਰ ਇਹਨਾਂ ਨੇ ਚੱਕ ਲਿਆ, ਮੁੜ ਕੇ ਲੋਕ ਵਿਚਾਰੇ ਕਿੱਥੋਂ ਪ੍ਰੋਟੈਸਟ ਕਰਨਗੇ ਜੇ ਆਗੂ ਹੀ ਚੱਕਿਆ ਗਿਆ ਤਾਂ। ਆਪਾਂ ਦੇਖਿਆ ਨਾ, ਉਹ ਕਈ ਵਾਰੀ ਕੀ ਹੁੰਦਾ ਬਾਅਦ ਦੇ ਵਿੱਚ ਇਹ ਗੱਲਾਂ ਡੀਕੋਡ ਹੋਈਆਂ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਿਸਾਨ ਆਗੂ ਤਾਂ ਫੋਨ ਕਰਦੇ ਸੀ ਪੱਤਰਕਾਰਾਂ ਨੂੰ, ਕਈਆਂ ਨੂੰ, ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ। ਪੱਤਰਕਾਰਾਂ ਨੂੰ ਫੋਨ ਕਰਦੇ ਸੀਗੇ ਕਿ ਆਪਾਂ ਲੰਬੀ ਧਰਨਾ ਦੇਣਾ ਹੈ। ਮੈਂ ਇਹ 2012, 13, 14 ਦੀਆਂ ਗੱਲਾਂ ਕਰ ਰਿਹਾ। ਲੰਬੀ ਧਰਨਾ ਦੇਣਾ ਆਪਾਂ ਇਸ ਤਰੀਕ ਨੂੰ। ਉਹ ਪਤਾ ਲੱਗਣਾ ਕਿ ਸੀਆਈਡੀ ਨੂੰ ਉਹ ਜਾਣਕਾਰੀ ਟਰਾਂਸਫਰ ਹੋ ਜਾਂਦੀ ਸੀ। ਜਿਵੇਂ ਫਾਈਲਾਂ ਨਹੀਂ ਆਪਾਂ ਟਰਾਂਸਫਰ ਕਰਦੇ ਨੈੱਟ ਦੇ ਉੱਤੇ, ਤੇ ਉਹ ਪੱਤਰਕਾਰਾਂ ਦੇ ਵਿੱਚੋਂ ਕਈਆਂ ਨੂੰ, ਕਈ ਸੀਆਈਡੀ ਵਾਲੇ ਵੀ ਟੋਹ ਲੈਂਦੇ ਸੀ। ਕਿਸਾਨ ਆਗੂਆਂ ਨੂੰ ਪੁੱਛ ਲੈਣਾ ਐਵੇਂ ਫੋਨ ਕਰਕੇ, ਹਾਂਜੀ ਮੈਂ, ਕਿਉਂਕਿ ਉਦੋਂ ਕਿਹੜਾ ਪਤਾ ਲੱਗਦਾ ਸੀ। ਕਾਲ ਕਰ ਲੈਣੀ, ਹਾਂਜੀ ਮੈਂ ਫਲਾਨਾ ਪਿੰਡ ਤੋਂ ਫਲਾਨਾ ਸਿੰਘ ਬੋਲਦਾ ਤੇ ਆਪਾਂ ਕਿੱਦੇ ਧਰਨਾ ਦੇਣਾ? ਉਹਨੇ ਕਹਿ ਦੇਣਾ ਆਪਾਂ ਬੁੱਧਵਾਰ ਨੂੰ ਧਰਨਾ ਦੇਵਾਂਗੇ 16 ਤਰੀਕ ਨੂੰ। ਉਹ ਸੀਆਈਡੀ ਨੇ ਪਹਿਲਾਂ ਹੀ ਆਗੂ ਚੱਕ ਲੈਣੇ। ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਤਾਂ ਉਹ ਜਦੋਂ ਕੋਈ ਆਗੂ ਮਿਲਦਾ ਸੀ ਜੇਲ੍ਹ ਦੇ ਵਿੱਚੋਂ ਨਿਕਲ ਕੇ ਵਿਚਾਰਾ ਜਾਂ ਨਜ਼ਰਬੰਦ ਹੁੰਦਾ ਸੀ, ਉਹ ਕਹਿੰਦਾ ਸੀ ਮੈਂ ਤੈਨੂੰ ਫਲਾਨਾ, ਤੈਨੂੰ ਸੁਨੇਹਾ ਲਾਇਆ ਸੀ, ਤੂੰ ਭਲਾ ਉੱਥੇ ਪਹੁੰਚਿਆ ਹੀ ਨੀਗਾ, ਤੂੰ ਸੁਨੇਹਾ ਗਾਹ ਹੀ ਨਹੀਂ ਲਾਇਆ ਆਪਣੇ ਕੇਡਰ ਨੂੰ, ਫਲਾਣੇ ਨੂੰ ਕਿਹਾ ਹੀ ਨਹੀਂ ਟਰੈਕਟਰ ਟਰਾਲੀਆਂ ਵਾਸਤੇ। ਉਹ ਕਹਿੰਦਾ ਆਪਣੀ ਤਾਂ ਗੱਲ ਹੀ ਨਹੀਂ ਹੋਈ। ਕਹਿੰਦਾ ਫਿਰ ਗੱਲ ਕਿਹਦੇ ਨਾਲ ਹੋ ਗਈ? ਫਿਰ ਜਾਣਕਾਰੀਆਂ ਇੱਥੇ ਹੀ ਲੀਕ ਹੁੰਦੀਆਂ ਸੀਗੀਆਂ। ਸੋ ਇਸ ਤਰੀਕੇ ਦੀ ਜਦੋਂ ਗੱਲ ਸੀਗੀ ਤੇ ਉਦੋਂ ਉਹ ਨਿਜ਼ਾਮ ਸੀਗਾ। ਬਾਅਦ ਦੇ ਵਿੱਚ ਆਪਾਂ ਕਾਂਗਰਸ ਨੂੰ ਵੀ ਵੇਖ ਲਿਆ, ਪਰ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਉਹੀ ਮੈਕੈਨਿਜ਼ਮ, ਉਹੀ ਸਾਰਾ ਕੁਛ ਸੇਮ ਹੈ ਤੇ ਲੋਕ ਤੁਹਾਡੇ ਨਾਲ ਕਿੱਥੋਂ ਖੜਨਗੇ? ਲੋਕ ਤੁਹਾਡੇ ਲਈ ਕਿੱਥੋਂ ਹਾਂ ਦਾ ਨਾਅਰਾ ਮਾਰਨਗੇ? ਬੇਸ਼ੱਕ ਤੁਹਾਡੇ ਨਾਲ ਧੱਕਾ ਹੀ ਹੋਇਆ। ਇਹ ਧੱਕਾ ਹੋਇਆ ਨਹੀਂ ਹੋਇਆ, ਇਹ ਕਾਨੂੰਨ ਦੀ ਕਚਹਿਰੀ 'ਚ ਸਾਬਤ ਹੋਣਾ ਹੈ। ਅਸੀਂ ਨਾ ਤਾਂ ਤੁਹਾਨੂੰ ਨਿਰਦੋਸ਼ ਕਹਿ ਸਕਦੇ, ਨਾ ਤੁਹਾਨੂੰ ਅਸੀਂ ਘੁਟਾਲੇਬਾਜ਼ ਕਹਿ ਸਕਦੇ ਹਾਂ। ਕਿਉਂਕਿ ਜਿਹੜੀ ਤੁਹਾਡੇ 4 ਲੀਡਰ ਨੇ, ਸਤਿੰਦਰ ਜੈਨ, ਇਹਦੇ ਨਾਲ-ਨਾਲ ਮਨੀਸ਼ ਸਿਸੋਦੀਆ, ਇਹਦੇ ਨਾਲ-ਨਾਲ ਸੰਜੇ ਸਿੰਘ ਤੇ ਇੱਕ ਹੋਰ ਇਹਨਾਂ ਦਾ ਜਿਹੜਾ ਲੀਡਰ ਹੈ। ਇਹਦੇ ਜਣੇ 17 ਜਣੇ ਨੇ, ਜਿਹੜੀ 328 ਕਰੋੜ ਦੀ ਈਡੀ ਨੇ ਜੋ ਪਰਚਾ ਦਰਜ ਕੀਤਾ ਹੈ, ਈਡੀ ਨੇ ਜਿਹੜੀ ਮਨੀ ਲਾਂਡਰਿੰਗ ਦਾ ਮਾਮਲਾ ਕੱਢਿਆ ਹੈ, 328 ਕਰੋੜ ਰੁਪਏ ਦੀ ਇਹ ਦੱਸੀ ਜਾਂਦੀ ਹੈ ਤੇ ਹਾਲੇ ਤੱਕ ਇਹਨਾਂ 'ਚੋਂ ਜ਼ਮਾਨਤ ਨਹੀਂ ਮਿਲੀ ਕਿਸੇ ਨੂੰ। ਇੱਥੋਂ ਪਤਾ ਲੱਗਦਾ ਕਿ ਕੇਸ ਕਿੰਨਾ ਕਰੜਾ ਹੈ, ਕਿੰਨਾ ਸਖਤ ਹੈ। ਸੋ ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ। ਕੋਟਾ, ਨੀਟ ਦੀ ਤਿਆਰੀ ਕਰਦੇ ਨੇ ਇੱਥੇ ਵਿਦਿਆਰਥੀ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੀਆਂ ਪ੍ਰੀਖਿਆਵਾਂ, ਤਾਂ ਚਾਹੇ ਉਹ ਬੈਂਕਿੰਗ ਸੈਕਟਰ ਦੇ ਨਾਲ ਰਾਬਤਾ ਕਰਦੀਆਂ ਹੋਣ, ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਨਾਲ ਤਾਲੁਕਾਤ ਰੱਖਦੀਆਂ ਹੋਣ, ਉਹਨਾਂ ਦੀ ਪ੍ਰੀਖਿਆ ਦੀ ਤਿਆਰੀ ਦਾ ਜਿਹੜਾ ਕੇਂਦਰ ਹੈ ਉਹ ਕੋਟਾ ਮੰਨਿਆ ਜਾਂਦਾ ਹੈ, ਜਿਹੜਾ ਕਿ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਤਿਆਰੀਆਂ ਕਰਨ ਜਾਂਦੇ ਆ। ਹੁਣ ਰਾਜਸਥਾਨ ਦੇ ਕੋਟਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਨੀਟ ਪ੍ਰੀਖਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਉਰਜੂ ਇਹਦਾ ਨਾਂ ਦੱਸਿਆ ਗਿਆ, 20 ਸਾਲ ਇਹਦੀ ਉਮਰ ਹੈ ਤੇ ਇਹ ਕਨੌਜ ਦੇ ਸਮਾਧਨ ਪਿੰਡ ਦਾ ਰਹਿਣ ਵਾਲਾ ਸੀ ਤੇ ਪਿਛਲੇ ਸਾਲ ਤੋਂ ਕੋਟਾ ਦੇ ਵਿੱਚ ਰਹਿ ਰਿਹਾ ਸੀ। ਉਹ ਕੋਚਿੰਗ ਸੰਸਥਾ ਤੋਂ ਨੀਟ ਦੀ ਤਿਆਰੀ ਕਰ ਰਿਹਾ ਸੀ। ਇਸੇ ਸਾਲ ਖੁਦਕੁਸ਼ੀ ਦਾ ਇਹ 7ਵਾਂ ਮਾਮਲਾ ਹੈ। ਬੀਤੇ ਸਾਲ 29 ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ ਕੋਟਾ ਸ਼ਹਿਰ ਦੇ ਵਿੱਚ। ਸਵੇਰੇ ਜਦੋਂ ਅਰਜੂ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵਾਰ-ਵਾਰ ਫੋਨ ਕੀਤਾ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਜਵਾਹਰ ਨਗਰ ਇਲਾਕੇ ਦੇ ਵਿੱਚ ਰਹਿੰਦੇ ਉਸਦੇ ਦੋਸਤਾਂ ਨੂੰ ਬੁਲਾਇਆ, ਜੋ ਇਮਾਰਤ ਦੇ ਵਿੱਚ ਪਹੁੰਚੇ ਤੇ ਵਿਦਿਆਰਥੀ ਵੱਲੋਂ ਨੇੜੇ ਰਹਿੰਦੇ ਮਾਲਕ ਨੂੰ ਸੂਚਨਾ ਦਿੱਤੀ। ਇੱਕ ਗਾਰਡ ਉਸ ਦੇ ਕਮਰੇ ਦੇ ਵਿੱਚ ਗਿਆ ਤੇ ਵਾਰ-ਵਾਰ ਜਦੋਂ ਉਹਨੇ ਬੂਹਾ ਖੜਕਾਇਆ, ਜਵਾਬ ਨਾ ਦਿੱਤਾ, ਤਾਂ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅਰਜੂ ਦੀ ਲਾਸ਼ ਪੱਖੇ ਦੇ ਨਾਲ ਲਟਕ ਰਹੀ ਸੀ। ਵਿਗਿਆਨ ਨਗਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ ਬੱਚੇ ਨੇ ਪੜ੍ਹਾਈ ਦੇ ਵਿੱਚ ਔਸਤ ਅੰਕ ਹੀ ਪ੍ਰਾਪਤ ਕੀਤੇ ਸਨ। ਅਧਿਕਾਰੀਆਂ ਨੇ ਕਿਹਾ ਸੀਗਾ ਕਿ ਫਿਲਹਾਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ। ਪ੍ਰੈਸ਼ਰ ਬਹੁਤ ਆ ਜਵਾਕਾਂ ਦੇ ਉੱਤੇ, ਬੱਚਿਆਂ ਦੇ ਉੱਤੇ। ਆਪਾਂ ਜਵਾਕਾਂ ਨੂੰ ਨੰਬਰ ਗੇਮ ਦੇ ਵਿੱਚ ਪਾ ਦਿੰਦੇ ਹਾਂ, ਫਲਾਂ ਦੇ ਇੰਨੇ, ਫਲਾਂ ਦੇ ਇੰਨੇ। ਇਹ ਇੱਕ ਕਾਰਨ ਮੰਨਿਆ ਜਾਂਦਾ ਹੈ। ਦੂਜਾ ਇਹ ਹੈ ਕਿ ਉੱਥੇ ਜਿਹੜੀ ਜਵਾਕਾਂ ਦੀ ਹਾਲਤ ਹੈ, ਪ੍ਰੀਖਿਆ ਕੇਂਦਰਾਂ ਦੇ ਵਿੱਚ ਕਹਿ ਲਓ ਜਾਂ ਜਿਹੜੇ ਤਿਆਰੀ ਦੇ ਕੇਂਦਰ ਨੇ, ਜਿਹੜੇ ਕੋਚਿੰਗ ਦੇ ਕੇਂਦਰ ਨੇ, ਇੱਕ ਛੋਟੇ-ਛੋਟੇ ਭੀੜੇ-ਭੀੜੇ ਕਮਰੇ ਦੇ ਵਿੱਚ
50 ਜਾਂ 60 ਬੱਚੇ ਜਿੱਥੇ ਬੈਠਿਆ ਵੀ ਚੱਜ ਦੇ ਨਾਲ ਨਹੀਂ ਜਾਂਦਾ, ਚੌਂਕੜੀ ਵੀ ਚੰਗੀ ਤਰ੍ਹਾਂ ਨਹੀਂ ਵੱਜਦੀ ਜਾਂ ਕੁਰਸੀਆਂ ਵੀ ਚੰਗੀਆਂ ਨਹੀਂ ਡੱਠੀਆਂ ਹੁੰਦੀਆਂ, ਲਿਖਦੇ ਸਮੇਂ ਕੂਣੀਆਂ ਨਾਲ ਪੈਨ ਜਦੋਂ ਆਪਾਂ ਲਿਖਦੇ ਹਾਂ ਤੇ ਕੂਣੀਆਂ ਵੱਜ ਰਹੀਆਂ ਹੁੰਦੀਆਂ ਇੱਕ ਦੂਜੇ ਦੇ ਜਵਾਕਾਂ ਦੇ ਨਾਲ, ਤਾਂ ਉਦੋਂ ਉਸ ਹਾਲਾਤ ਦੇ ਵਿੱਚ ਇੱਕ ਤਾਂ ਤੁਸੀਂ ਵੈਸੇ ਰੇਸ ਦੇ ਵਿੱਚ ਹੋ, ਇੱਕ ਪ੍ਰੈਸ਼ਰ ਆ ਅਧਿਆਪਕ ਦਾ ਵੀ ਤੇ ਮਾਪਿਆਂ ਦਾ ਵੀ ਕਿ ਬਈ ਨੰਬਰ ਵੱਧ ਨੰਬਰ ਵੱਧ ਲੈਣੇ, ਇੱਕ ਜਿੱਥੇ ਤੁਸੀਂ ਵਿਚਰ ਰਹੇ ਹੋ, ਜਿੱਥੇ ਤੁਸੀਂ ਸਿੱਖਣਾ ਹੈ, ਉੱਥੇ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਕੋਈ ਮਾੜਾ ਮੋਟਾ ਸਲੋ ਹੈ ਉਹਨੂੰ ਇਹ ਸਾਬਿਤ ਕਰ ਦਿੱਤਾ ਜਾਂਦਾ ਕਿ ਤੂੰ ਤਾਂ ਭਾਈ ਕੰਮ ਦਾ ਹੀ ਨਹੀਂ ਹੈ। ਸੋ ਇਹ ਸਾਨੂੰ ਮਾਨਸਿਕਤਾ ਸਾਡੇ ਦਿਮਾਗ ਦੇ ਵਿੱਚੋਂ, ਜ਼ਿਹਨ ਦੇ ਵਿੱਚੋਂ ਕੱਢਣੀ ਚਾਹੀਦੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਮਾਜ ਨੂੰ ਬਹੁਤ ਪ੍ਰਸਿੱਧ, ਬਹੁਤ ਹੁਸ਼ਿਆਰ ਲੋਕ ਚਲਾਉਂਦੇ ਹੋਣ। ਸਮਾਜ ਸਾਰੇ ਲੋਕਾਂ ਦਾ ਸਮੂਹ ਹੈ। ਸਾਨੂੰ ਇਹ ਸਿਖਾਉਣਾ ਚਾਹੀਦਾ ਜਵਾਕਾਂ ਨੂੰ ਕਿ ਇੱਥੇ ਨਲਾਇਕ ਜਵਾਕ ਵੀ, ਇੱਥੇ ਕਈ ਤਾਂ ਜਿਹੜੇ ਆਪਾਂ ਤੰਜ਼ ਵਜੋਂ ਜਾਂ ਹਾਸੇ ਵਜੋਂ ਕਹਿ ਦਿੰਦੇ ਕਿ ਜਿਹੜੇ ਜ਼ਿਆਦਾ ਨਲਾਇਕ ਹੈ, ਉਹ ਫਿਰ ਪੋਲੀਟੀਸ਼ੀਅਨ ਬਣ ਜਾਂਦੇ ਆ, ਉਹ ਜਿਹੜੇ ਅਫਸਰਾਂ ਨੂੰ ਚਲਾਉਂਦੇ ਆ ਬਾਅਦ ਦੇ ਵਿੱਚ। ਚਲੋ ਖੈਰ ਹਰੇਕ ਤਾਂ ਪੋਲੀਟੀਸ਼ੀਅਨ ਨਹੀਂ ਬਣ ਸਕਦਾ। ਫਿਰ ਜਿਹੜੇ ਕਈ ਵਾਰੀ ਤੰਜ਼ ਦੇ ਤੌਰ ਤੇ ਕਿਹਾ ਜਾਂਦਾ ਕਿ ਜਿਹੜੇ ਜ਼ਿਆਦਾ ਪੜ੍ਹਾਈ ਦੇ ਵਿੱਚ ਸਿੱਧ ਪੱਧਰੇ ਹੁੰਦੇ ਆ ਮੇਰੇ ਵਰਗੇ, ਉਹ ਫਿਰ ਕੋਈ ਡੇਰਾ-ਡੂਰਾ ਖੋਲ੍ਹ ਲੈਂਦੇ ਆ, ਬਾਬੇ ਬਣ ਜਾਂਦੇ ਆ। ਉਹ ਫਿਰ ਤਿੰਨਾਂ ਨੂੰ ਹੀ ਚਲਾਉਂਦੇ ਆ। ਸਰਕਾਰਾਂ ਵੀ ਚਲਾਉਂਦੇ ਆ, ਮਸ਼ੀਨਰੀ ਵੀ ਚਲਾਉਂਦੇ ਆ ਤੇ ਸਾਰੇ ਸਿਸਟਮ ਨੂੰ ਚਲਾਉਂਦੇ ਆ, ਜਿਹੜੇ ਪੜ੍ਹਾਈ ਦੇ ਵਿੱਚ ਔਸਤ ਹੁੰਦੇ ਆ। ਪਰ ਖੈਰ ਇਹ ਚੀਜ਼ਾਂ ਹਾਸੇ ਦੇ ਤੌਰ ਤੇ ਤਾਂ ਠੀਕ ਹੈ, ਪਰ ਆਪਾਂ ਕਿਉਂਕਿ ਗੱਲ ਸੀਰੀਅਸ ਕਰ ਰਹੇ ਹਾਂ, ਅਸਲ ਦੇ ਵਿੱਚ ਕੋਟਾ ਦਾ ਜਿਹੜਾ ਵਿਦਿਆਰਥੀਆਂ ਦੇ ਵਿੱਚ ਉੱਥੇ ਕੋਚਿੰਗ ਲੈਣ ਦੀ ਜਿਹੜੀ ਹੋੜ ਹੈ ਜਾਂ ਗਿਣਤੀ ਹੈ, ਬਹੁਤ ਜ਼ਿਆਦਾ ਲੱਖਾਂ ਦੇ ਵਿੱਚ ਹੈ, ਪਰ ਉੱਥੇ ਮਾਹੌਲ ਸਾਜ਼ਗਾਰ ਨਹੀਂ ਰਿਹਾ, ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਹੁੰਦਾ ਸੀ। ਜਦੋਂ ਮੈਨੂੰ ਯਾਦ ਆ, ਅਸੀਂ ਵੀ ਇੱਕ ਵਾਰੀ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਇੱਕ ਪੇਪਰ ਦੀ ਤਿਆਰੀ ਕਰਦੇ ਹੁੰਦੇ ਸੀ ਤੇ ਉਦੋਂ ਉੱਥੇ ਰਾਬਤਾ ਹੋਇਆ ਕਈ ਬੱਚਿਆਂ ਦੇ ਨਾਲ ਤੇ ਉਹਨਾਂ ਨੇ ਦੱਸਿਆ, ਆਪਾਂ ਤਾਂ ਚਲੋ ਉੱਥੇ ਨਹੀਂ ਗਏ, ਪਰ ਉਹਨਾਂ ਨੇ ਦੱਸਿਆ ਕਿ ਇੱਥੇ ਕੋਟਾ ਨੂੰ ਕੋਚਿੰਗ ਸੈਂਟਰ ਤਾਂ ਮੰਨਿਆ ਜਾਂਦਾ ਕਿਉਂਕਿ ਕੋਟਾ ਦੇ ਵਿੱਚ ਭਾਰਤ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਜ਼ਹੀਨ ਕਿਸਮ ਦੇ, ਜਿੰਨੇ ਵੀ ਇਹਨਾਂ ਪੇਪਰਾਂ ਦੇ ਵਿੱਚੋਂ ਮਾਰ ਕੇ ਮਾਰਨ ਵਾਲੇ ਲੋਕ ਨੇ, ਉਹ ਉੱਥੇ ਸਿੱਖਿਅਤ ਕਰਦੇ ਨੇ, ਉਹ ਉੱਥੇ ਪੜ੍ਹਾਉਂਦੇ ਨੇ, ਉੱਥੇ ਟੀਚਰ ਨੇ ਕਹਿ ਸਕਦੇ ਹੋ ਤੁਸੀਂ। ਸਿਵਲ ਪ੍ਰਸ਼ਾਸਨ ਦੇ ਵਿੱਚ ਜਿੰਨੀਆਂ ਵੱਡੀਆਂ ਅਹੁਦੇਦਾਰੀਆਂ ਨੇ, ਚਾਹੇ ਉਹ ਡੀਸੀ ਹੈ, ਚਾਹੇ ਉਹ ਐਸਐਸਪੀ ਹੈ, ਚਾਹੇ ਜਿੰਨੇ ਵੀ ਅਹੁਦੇ ਨੇ, ਤਹਿਸੀਲਦਾਰ ਹੈ, ਐਸਡੀਐਮ ਹੈ, ਜੋ ਵੀ ਜਿੰਨੇ ਵੀ ਨੇ, ਇਸੇ ਤਰ੍ਹਾਂ ਹੋਰ ਬੈਂਕਿੰਗ ਸੈਕਟਰ ਦੇ ਨੇ, ਤਾਂ ਉੱਥੇ ਬਹੁਤ ਆਲਾ ਦਰਜੇ ਦੀ ਤਿਆਰੀ ਕੀਤੀ ਜਾਂਦੀ ਸੀ। ਪਰ ਹੁਣ ਮਾਹੌਲ ਬਿਲਕੁਲ ਬਦਲ ਗਿਆ। ਹੁਣ ਵਿਦਿਆਰਥੀਆਂ ਦੇ ਉੱਤੇ ਨੰਬਰ ਲੈਣ ਦੀ ਜਿਹੜੀ ਦੌੜ ਹੈ, ਜਿਹੜੀ ਹੋੜ ਹੈ, ਉਹਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਮਾਮਲੇ ਦੇ ਵਿੱਚ ਤੰਗ ਕੀਤਾ ਤੇ ਜਿਹੜਾ ਵਿਦਿਆਰਥੀ ਹੀਣ ਭਾਵਨਾ ਜਿਹੜਾ ਮਹਿਸੂਸ ਕਰ ਜਾਂਦਾ ਜਾਂ ਜਿਹਨੂੰ ਕਰਵਾਈ ਜਾਂਦੀ ਹੈ, ਉਹ ਫਿਰ ਇਸ ਕੁਰਾਹੇ ਪੈ ਜਾਂਦਾ ਕਈ ਵਾਰੀ। ਇਹ 7ਵਾਂ ਮਾਮਲਾ ਇਸ ਸਾਲ ਦੇ ਵਿੱਚ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਰੁਕਦੇ ਹਾਂ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।